ਜਦੋਂ ਜਿਸ ਟਾਈਮ ਉਹ ਚੱਲੇ ਸੀ ਨਾ ਉਸ ਵੇਲੇ ਅਸੀਂ ਵੀ ਮਹਿਸੂਸ ਕੀਤਾ ਕਿ ਲੜਾਈ ਲੱਗੀ ਹੋਈ ਹੈ ਤੇ ਇਹ ਚੱਲੇ ਆ। ਇਹਨਾਂ ਦੇ ਚਾਚਾ ਜੀ ਨੇ ਵੀ ਆਖਿਆ ਵੀ ਪਲਵਿੰਦਰ ਤੂੰ ਹੀ ਨਾ ਜਾਓ, ਲੜਾਈ ਲੱਗੀ ਹੋਈ ਹੈ। ਕਹਿੰਦੇ ਨਹੀਂ ਜੀ ਕੋਈ ਗੱਲ ਨਹੀਂ, ਜੱਟ ਜੇ ਸ਼ਹੀਦੀਆਂ ਲਿਖੀਆਂ ਹੋਣਗੀਆਂ ਜੱਟ ਸ਼ਹੀਦੀਆਂ ਪਾਊ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀਗੇ। ਫਤਿਹ ਹੋਣ ਤੋਂ ਪਹਿਲਾਂ ਕਿੰਨਾ ਦੇਰ ਪਹਿਲਾਂ ਤੁਹਾਡੀ ਮੈਰਿਜ ਹੋ ਗਈ ਸੀ? 1.5 ਸਾਲ, ਤਕਰੀਬਨ 1.5 ਸਾਲ ਹੀ ਹੋਇਆ ਸੀਗਾ। ਹਾਂਜੀ, 1.5 ਸਾਲ ਬਾਅਦ ਸ਼ਹੀਦ ਹੋ ਜਾਂਦੇ ਆ। ਬਹੁਤ ਸਦਮਾ ਲੱਗਿਆ ਕਿ ਜੋ ਕਿ ਅਜੇ ਤੱਕ ਅਸੀਂ ਭੁਲਾ ਨਹੀਂ ਪਾਉਂਦੇ ਹੈਗੇ ਜੀ। 21 ਸਾਲ ਹੋ ਗਏ ਆ, ਮਤਲਬ ਕਿ ਇੰਝ ਲੱਗਦਾ ਕਿ ਜਿਵੇਂ ਕੱਲ੍ਹ ਦੀ ਗੱਲ ਹੁੰਦੀ ਹੈ, ਇਸ ਤਰ੍ਹਾਂ ਦਾ। ਨਸ਼ਿਆਂ ਦਾ ਕਾਫੀ ਦੌਰ ਚੱਲ ਰਿਹਾ, ਨੌਜਵਾਨ ਪੀੜ੍ਹੀ ਤਕਰੀਬਨ ਖਤਮ ਹੋ ਰਹੀ ਆ। ਜੇ ਮੌਤ ਤੇ ਨਿਸ਼ਚਿਤ ਹੈ, ਸਮਾਂ ਕਿਤੇ ਵੀ ਆ ਸਕਦੀ ਆ, ਤੇ ਪਰ ਜੇ ਆਰਮੀ ਦੇ ਵਿੱਚ ਵੀ ਆਉਂਦੀ ਹੈ ਮੌਤ ਤੇ ਉਹ ਅਮਰ ਆ ਨਾ। ਸ਼ਹੀਦੀ ਦਾ ਜਾਮ ਪੀਣਾ ਵੀ ਬੜੀ ਵੱਡੀ ਗੱਲ ਆ, ਉਹ ਅਮਰ ਹੋ ਜਾਂਦੇ ਆ ਸਦਾ ਲਈ। शहीदों की चिताओं पर लगेंगे हर बरस मेले, वतन पर मरने वालों का यही बाकी निशान होगा। सत श्री अकाल, मैं जगजीत सिंह, तुसी वेख रहे हो प्राइम उदय। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਸੂਰੇਪੁਰ ਵਿੱਚ, ਜਿੱਥੋਂ ਦੇ ਕੀ ਰਹਿਣ ਵਾਲੇ ਪਲਵਿੰਦਰ ਸਿੰਘ, ਜੋ ਕਿ ਅੱਜ ਤੋਂ 21 ਸਾਲ ਪਹਿਲਾਂ ਜਿਹੜੇ ਕਾਰਗਿਲ ਦੇ ਵਿੱਚ ਸ਼ਹੀਦ ਹੋ ਗਏ ਸੀ। ਅੱਜ ਅਸੀਂ ਤੁਹਾਨੂੰ ਉਹਨਾਂ ਦੇ ਨਾਲ, ਉਹਨਾਂ ਦੀ ਵਾਈਫ ਦੇ ਨਾਲ ਮਿਲਾਉਣ ਜਾ ਰਹੇ ਹਾਂ ਅਤੇ ਉਹਨਾਂ ਨਾਲ ਗੱਲ ਕਰਾਂਗੇ ਕਿ ਉਹ ਟਾਈਮ ਕਿੱਦਾਂ ਦਾ ਸੀ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਤੇ ਹੁਣ ਉਹ ਟਾਈਮ ਕਿੱਦਾਂ ਦਾ ਬਤੀਤ ਕਰ ਰਹੇ ਨੇ। ਸਾਡੇ ਨਾਲ ਇੱਥੇ ਮੌਜੂਦ ਨੇ ਉਹਨਾਂ ਦੇ ਵਾਈਫ ਜਿਹੜੇ ਨੇ, ਉਹ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਭੈਣ ਜੀ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਵਿੱਚ। ਭੈਣ ਜੀ, ਉਹ ਉਦੋਂ ਟਾਈਮ ਕਿੱਦਾਂ ਦਾ ਸੀ ਜਦੋਂ ਇਹ ਭਾਈ ਸਾਹਿਬ ਦੀ ਸ਼ਹਾਦਤ ਹੁੰਦੀ, ਤੇ ਉਦੋਂ ਤੁਹਾਡਾ ਮੈਰਿਜ ਨੂੰ ਕਿੰਨਾ ਟਾਈਮ ਹੋ ਗਿਆ ਸੀ ਜਦੋਂ ਉਹਨਾਂ ਦੀ ਸ਼ਹਾਦਤ ਹੋਈ? ਹਾਂਜੀ ਸਰ, ਇਸ ਤਰ੍ਹਾਂ ਕਿ ਮੇਰੀ ਮੈਰਿਜ ਹੋ ਗਈ ਸੀ 1.5 ਸਾਲ ਮੇਰੀ ਮੈਰਿਜ ਨੂੰ ਹੋਇਆ। 2 ਅਗਸਤ 1999 ਨੂੰ ਸ਼ਹੀਦ ਹੋਏ। 21 ਸਾਲ ਹੋ ਗਏ ਆ ਜੀ। 2 ਅਗਸਤ ਨੂੰ ਹੋਏ ਸ਼ਹੀਦ ਜੀ। ਉਹ ਕਿੱਦਾਂ ਦਾ ਸਮਾਂ ਸੀ ਜਦੋਂ ਇੱਕ ਪਲਵਿੰਦਰ ਸਿੰਘ ਜੀ ਦਾ ਜਿਹੜਾ ਸ਼ਹੀਦ ਹੋ ਜਾਣਾ, ਤੁਹਾਨੂੰ ਇੱਕ ਮੈਸੇਜ ਮਿਲਣਾ ਕਿ ਅੱਜ ਉਹਨਾਂ ਦੀ ਜਿਹੜੀ ਸ਼ਹਾਦਤ ਹੋ ਗਈ, ਤੁਹਾਨੂੰ ਕਿੱਦਾਂ ਪਤਾ ਲੱਗਾ? 2 ਅਗਸਤ 1999 ਨੂੰ ਸ਼ਹੀਦ ਹੋਏ। ਸਾਨੂੰ 3 ਤਰੀਕ ਨੂੰ ਥਾਣਾ ਅਜਨਾਲਾ ਤੋਂ ਇਤਲਾਹ ਜਾਂਦੀ ਹੈ। ਉਸ ਟਾਈਮ ਅਸੀਂ ਪਰਿਵਾਰਕ ਮੈਂਬਰ ਸਾਰੇ ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਹੋਏ ਸੀ। ਮੈਂ ਘਰ ਇਕੱਲੀ ਸੀਗੀ। ਇੱਥੋਂ ਇੱਕ ਥਾਣੇਦਾਰ ਅਤੇ ਇੱਕ ਸਿਪਾਹੀ ਜਾਂਦੇ ਨੇ। ਉਹਨੂੰ ਜਦੋਂ ਮੈਨੂੰ ਨੰਬਰ ਪੁੱਛਦੇ ਆ ਨਾ, ਨੰਬਰ ਪੁੱਛਦੇ ਮੈਨੂੰ ਉਦੋਂ ਹੀ ਮਹਿਸੂਸ ਹੁੰਦਾ ਕੁਛ, ਅਤੇ ਫਿਰ ਮੈਂ ਘਰ ਨਹੀਂ ਕੋਈ ਵੀ ਹੈਗਾ। ਫਿਰ ਉਹਨਾਂ ਮੈਨੂੰ ਨਹੀਂ ਦੱਸਿਆ, ਅਤੇ ਤਾਇਆ ਜੀ ਸੀ ਸਾਡੇ ਖੜੇ ਗਲੀ ਵਿੱਚ, ਉਹਨਾਂ ਨੂੰ ਆਵਾਜ਼ ਮਾਰੀ, ਉਹਨਾਂ ਨੂੰ ਦੱਸਿਆ ਸੀਗਾ। ਅਤੇ ਮਤਲਬ ਕਿ ਉਹ ਸ਼ਹੀਦ ਹੋ ਗਏ ਆ। ਮੈਨੂੰ ਨਹੀਂ, ਫਿਰ ਮੈਨੂੰ ਪਤਾ ਲੱਗਿਆ ਜੀ। ਨਹੀਂ, ਤੁਹਾਡੇ ਨਾਲ ਪਹਿਲਾਂ ਕਦੀ ਇਹੋ ਜਿਹੀਆਂ ਗੱਲਾਂ ਕਰਦੇ ਸੀ ਸ਼ਹਾਦਤ ਦੀਆਂ ਕਿ ਮੈਂ ਸ਼ਹਾਦਤ ਦਾ ਜਾਮ ਪੀਵਾਂਗਾ, ਚਾਹੇ ਮੈਂ ਜੰਗ ਫਤਿਹ ਕਰਕੇ ਆਵਾਂਗਾ? ਹਾਂਜੀ, ਮਤਲਬ ਕਿ ਸ੍ਰੀਨਗਰ ਵੱਲ ਕਾਫੀ ਮਾਹੌਲ ਖ਼ਰਾਬ ਹੋਣ ਕਾਰਨ ਜੇ ਕੋਈ ਗੱਲ ਪੁੱਛਦੇ ਹਾਂ ਪਹਿਲਾਂ ਤਾਂ ਨਹੀਂ ਦੱਸਦੇ। 31 ਮਈ ਨੂੰ ਛੁੱਟੀ ਕੱਟ ਕੇ ਜਾਂਦੇ ਆ। ਮਈ ਦੇ ਵਿੱਚ ਕਾਰਗਿਲ ਦੀ ਲੜਾਈ ਸ਼ੁਰੂ ਹੋ ਜਾਂਦੀ। ਉਸ ਟਾਈਮ ਉਹ ਛੁੱਟੀ ਆਏ ਹੋਏ ਸੀਗੇ। ਉਹਨਾਂ ਦੀ 31 ਮਈ ਨੂੰ ਛੁੱਟੀ ਖਤਮ ਹੋ ਗਈ ਸੀ। ਜਦੋਂ ਜਿਸ ਟਾਈਮ ਉਹ ਚੱਲੇ ਸੀ ਨਾ ਉਸ ਵੇਲੇ ਅਸੀਂ ਵੀ ਮਹਿਸੂਸ ਕੀਤਾ ਕਿ ਲੜਾਈ ਲੱਗੀ ਹੋਈ ਹੈ ਤੇ ਇਹ ਚੱਲੇ ਆ। ਇਹਨਾਂ ਦੇ ਚਾਚਾ ਜੀ ਨੇ ਵੀ ਆਖਿਆ ਵੀ ਪਲਵਿੰਦਰ ਤੂੰ ਹੀ ਨਾ ਜਾਓ, ਲੜਾਈ ਲੱਗੀ ਹੋਈ ਹੈ। ਕਹਿੰਦੇ ਨਹੀਂ ਜੀ ਕੋਈ ਗੱਲ ਨਹੀਂ, ਜੱਟ ਜੇ ਸ਼ਹੀਦੀਆਂ ਲਿਖੀਆਂ ਹੋਣਗੀਆਂ ਜੱਟ ਸ਼ਹੀਦੀਆਂ ਪਾਊ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀਗੇ। ਤੁਸੀਂ ਕਦੀ ਸੋਚਿਆ ਸੀ ਵੀ ਇਹ ਵੀ ਸਮਾਂ ਤੁਹਾਡੇ 'ਤੇ ਵੀ ਆਏਗਾ? ਕਿਉਂਕਿ ਉਸ ਵੇਲੇ ਤੁਹਾਡੀ ਕਿੰਨੀ ਏਜ ਸੀਗੀ ਜਦੋਂ ਇਹਨਾਂ ਦਾ, ਮਤਲਬ ਜਦੋਂ ਇਹਨਾਂ ਦੇ ਉੱਤੇ ਸ਼ਹੀਦ ਹੁੰਦੇ ਨੇ ਜੀ? ਮੇਰੀ ਏਜ 20 ਸਾਲ ਸੀਗੀ, ਪਰ ਇਹੋ ਜਿਹਾ ਤਾਂ ਨਹੀਂ ਕਦੀ ਸੋਚਿਆ ਹੈਗਾ। ਮਤਲਬ ਕਿ ਵੇਖੋ ਆਪਣੇ ਕੰਮਾਂ ਕਾਰਾਂ ਦੇ ਵਿੱਚ ਨਾ ਆਪਣੀ ਰੋਜੀ ਰੋਟੀ ਖਾਤਰ ਬੱਚੇ ਸ਼ਹੀਦ ਮਾਂ ਪਿਓ ਭਰਤੀ ਕਰਵਾਉਂਦਾ ਕਿ ਆਪਣੀ ਲਾਈਫ ਵਧੀਆ ਚੱਲੇ, ਇਹੋ ਜਿਹਾ ਤਾਂ ਨਹੀਂ ਕਦੀ ਸੋਚਿਆ ਜੀ। ਨਹੀਂ, ਤੁਸੀਂ ਜਦੋਂ ਇੱਕ ਮੈਰਿਜ ਹੋਣ ਤੋਂ ਪਹਿਲਾਂ ਇੱਕ ਸੁਪਨਾ ਹੁੰਦਾ ਹਰ ਲੇਡੀਜ਼ ਦਾ ਕਿ ਮੈਂ ਵੱਡੇ ਅਫਸਰ ਨਾਲ ਵਿਆਹ ਕਰਵਾਵਾਂ, ਚਾਹੇ ਇੱਕ ਜੇ ਤੁਹਾਡਾ ਸੁਪਨਾ ਸੀ ਇਹ ਜਿਹੜਾ ਕਿ ਤੁਸੀਂ ਇੱਕ ਫੌਜੀ ਨਾਲ ਵਿਆਹ ਕਰਾਉਣਾ? ਹਾਂਜੀ, ਮੇਰੇ ਫਾਦਰ ਸਾਹਿਬ ਵੀ ਆਰਮੀ ਵਿੱਚ ਰਹੇ ਆ, ਉਹਨਾਂ ਦਾ ਹੀ ਸੁਪਨਾ ਸੀਗਾ ਜੀ ਇਹ। ਤੇ ਤੁਸੀਂ ਜਦੋਂ ਮੈਰਿਜ ਤੋਂ ਪਹਿਲਾਂ ਤੁਹਾਡਾ ਸੀ, ਇਹ ਕਿੰਨੀ ਦੇਰ ਪਹਿਲਾਂ ਤੁਹਾਡੇ ਤੋਂ ਜਿਹੜੀ ਇਹ ਇਹਨਾਂ ਦੀ ਫਤਿਹ ਹੋਣ ਤੋਂ ਪਹਿਲਾਂ ਕਿੰਨਾ ਦੇਰ ਪਹਿਲਾਂ ਤੁਹਾਡੀ ਮੈਰਿਜ ਹੋ ਗਈ ਸੀ? 1.5 ਸਾਲ, ਤਕਰੀਬਨ 1.5 ਸਾਲ ਹੀ ਹੋਇਆ ਸੀਗਾ। ਹਾਂਜੀ, 1.5 ਸਾਲ ਬਾਅਦ ਸ਼ਹੀਦ ਹੋ ਜਾਂਦੇ ਆ। ਅੱਛਾ ਜੀ। ਤੇ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਉਸ ਵੇਲੇ ਵੀ ਤੁਹਾਡੇ ਘਰ ਇੱਕ ਤੁਸੀਂ ਖੁਸ਼ ਸੀਗੇ ਤੇ ਇੱਕਦਮ ਅਚਾਨਕ ਤੁਹਾਨੂੰ ਤੁਸੀਂ ਦੱਸਿਆ ਕਿ ਤੁਹਾਡੇ ਤਾਇਆ ਜੀ ਨੂੰ ਉਹਨਾਂ ਨੇ ਦੱਸਿਆ, ਤੁਹਾਨੂੰ ਤੇ ਦੱਸਿਆ ਹੀ ਨਹੀਂ, ਤੇ ਪਰ ਉਸ ਵੇਲੇ ਦਾ ਕਿੱਦਾਂ ਦਾ ਮਾਹੌਲ ਸੀ ਜਦੋਂ ਉਹਨਾਂ ਦੀ ਸ਼ਹਾਦਤ ਦਾ ਪਤਾ ਲੱਗਾ? ਜੀ ਉਸ ਟਾਈਮ ਕਾਫੀ ਸਦਮੇ ਵਿੱਚ ਮਤਲਬ ਕਿ ਸਾਰਾ ਪਰਿਵਾਰ ਚੱਲ ਜਾਂਦਾ। ਇੱਕਦਮ ਸ਼ਹੀਦੀ ਦੀ ਖਬਰ ਆ ਗਈ, ਇੱਕਦਮ ਹੀ ਮਤਲਬ ਕਾਫੀ ਸੋਗ ਦੀ ਲਹਿਰ ਹੋ ਗਈ। ਮਤਲਬ ਬਹੁਤ ਸਦਮਾ ਲੱਗਿਆ ਕਿ ਜੋ ਕਿ ਅਜੇ ਤੱਕ ਅਸੀਂ ਭੁਲਾ ਨਹੀਂ ਪਾਉਂਦੇ ਹੈਗੇ ਜੀ। 21 ਸਾਲ ਹੋ ਗਏ ਆ, ਮਤਲਬ ਕਿ ਇੰਝ ਲੱਗਦਾ ਕਿ ਜਿਵੇਂ ਕੱਲ੍ਹ ਦੀ ਗੱਲ ਹੁੰਦੀ ਆ, ਇਸ ਤਰ੍ਹਾਂ ਦਾ ਜੀ। ਪਰ ਤੁਸੀਂ ਦੇਖਦੇ ਹੋ ਕਿ ਬੜੇ ਸੁਪਨੇ ਹੁੰਦੇ ਆ ਜਦੋਂ ਕਿ ਇੱਕ 20 ਸਾਲ ਦੀ ਉਮਰ 'ਚ ਤੁਹਾਡੀ ਮੈਰਿਜ ਹੁੰਦੀ ਆ, ਉਸ ਟਾਈਮ 'ਤੇ ਇੱਕਦਮ ਜਿਹੜਾ ਵਾ
ਝਟਕਾ ਲੱਗ ਜਾਣਾ, 1.5 ਸਾਲ ਬਾਅਦ ਹੀ ਤੁਹਾਨੂੰ ਪਤਾ ਲੱਗ ਜਾਣਾ ਕਿ 21 ਸਾਢੇ 21 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਇੱਕਦਮ ਦੇਹਾਂਤ ਹੋ ਜਾਣਾ, ਯਾਨੀ ਕਿ ਸ਼ਹੀਦ ਹੋ ਜਾਣਾ। ਪਰ ਉਸ ਵੇਲੇ ਦੀ ਕਿੱਦਾਂ ਦੀ ਸਥਿਤੀ ਸੀ ਜਦੋਂ ਮਤਲਬ ਇਹ ਸਾਰਾ ਵਾਕਿਆ ਹੋਇਆ? ਉਸ ਟਾਈਮ ਵਧੀਆ ਚੱਲਦੀ ਪਈ ਸਾਡੀ ਲਾਈਫ, ਵਧੀਆ ਸੀਗੀ। ਪੀਟੀ ਕੋਰਸ ਕਰਕੇ ਆਏ ਸੀ, ਉਸ ਤੋਂ ਬਾਅਦ ਕਹਿ ਰਹੇ ਸੀ ਮੈਂ ਕੁਆਟਰ ਲਾਟ ਕਰਾਵਾਂਗਾ ਤੇ ਲੈ ਕੇ ਜਾਵਾਂਗਾ ਤੈਨੂੰ ਵੀ ਨਾਲ। ਮੈਨੂੰ ਵੀ ਹੈਗਾ ਸੀਗਾ ਵੀ ਮੈਂ ਵੀ ਬਾਹਰ ਜਾਵਾਂਗੀ, ਮੈਂ ਵੀ ਨਾਲ ਘੁੰਮ ਫਿਰ ਕੇ ਆਵਾਂਗੀ, ਪਰ ਮੌਕਾ ਨਹੀਂ ਮਿਲਿਆ। ਪਰਮਾਤਮਾ ਨੇ ਸਾਨੂੰ ਟਾਈਮ ਹੀ ਨਹੀਂ ਦਿੱਤਾ ਜੀ। 2 ਵਾਰੀ ਸਾਰੇ ਛੁੱਟੀ ਆਏ ਸੀਗੇ, 2-3 ਵਾਰੀ ਬਸ। ਹਾਂਜੀ। ਉਹਨਾਂ ਦੇ ਕਿੱਦਾਂ ਦੇ ਸੁਪਨੇ ਸੀਗੇ? ਉਹ ਤੁਹਾਡੇ ਨਾਲ ਵਿਚਾਰ ਤਾਂ ਤਕਰੀਬਨ ਡੇਲੀ ਕਰਦੇ ਹੋਣੇ ਆ, ਤੁਹਾਡੇ ਨਾਲ ਪਹਿਲਾਂ ਵੀ ਗੱਲਬਾਤ ਹੁੰਦੀ ਹੋਣੀ ਇਸ ਵਿਸ਼ੇ 'ਤੇ ਵੀ ਉਹਨਾਂ ਨੇ ਕੀ ਪਲਾਨ ਕੀਤਾ ਸੀ ਆਉਣ ਵਾਲੀ ਜ਼ਿੰਦਗੀ ਦਾ? ਵੇਖੋ ਪਹਿਲਾਂ ਤੇ ਮੋਬਾਈਲ ਦਾ ਹੈ ਨਹੀਂ ਸੀ, ਅੱਜ ਤੋਂ 20 ਸਾਲ ਪਹਿਲਾਂ ਤੇ ਨਹੀਂ ਸੀ। ਕਦੀ ਲੈਟਰ ਵਗੈਰਾ ਪਾਈ ਦੀ ਸੀ, ਆਪ ਵੀ ਲੈਟਰ 'ਤੇ ਜਵਾਬ ਮਿਲਦਾ ਸੀਗਾ। ਵਧੀਆ ਸੀ, ਖੁਸ਼ ਸੀਗੇ ਉਹ ਵੀ, ਕਿਉਂਕਿ ਉਹ ਸ਼ੁਰੂ ਤੋਂ ਹੀ ਆਰਮੀ ਵਿੱਚ ਹੀ ਭਰਤੀ ਹੋਏ। ਜਦ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਭਰਤੀ ਹੋ ਜਾਂਦੇ ਆ, ਅਤੇ ਮਤਲਬ ਕਿ ਉਹਨਾਂ ਨੂੰ ਵਧੀਆ ਹੀ ਇੱਕ ਜਜ਼ਬਾ ਸੀਗਾ ਉਹਨਾਂ ਨੂੰ ਦੇਸ਼ ਦੇ ਲਈ। ਜੇ ਸ਼ਹੀਦ ਵੀ ਹੋਣੇ, ਮਤਲਬ ਕਿ ਜਜ਼ਬਾ ਸੀਗਾ। ਮਤਲਬ ਜਾਣ ਵੇਲੇ ਵੀ ਕਹਿ ਕੇ ਗਏ ਕਿ ਜੱਟ ਸ਼ਹੀਦੀਆਂ ਪਾਊਗਾ। ਅਤੇ ਬਾਕੀ ਲਾਈਫ ਸਾਡੀ ਬੜੀ ਵਧੀਆ ਚੱਲਦੀ, ਇਸ ਸਮੇਂ ਦਾ ਨਹੀਂ ਸੀ ਪਤਾ ਹੈਗਾ। ਨਹੀਂ, ਪਰ ਇੱਕ ਸੁਪਨਾ ਹੁੰਦਾ ਨਾ ਵੀ ਮੈਂ ਆਪਣੇ ਬੱਚਿਆਂ ਨੂੰ ਗਾਂ ਜਿਹੜਾ ਵਾ ਉਹ ਆਪਣੇ ਸੂਬੇਦਾਰ ਬਣਾਵਾਂਗਾ, ਕੈਪਟਨ ਬਣਾਵਾਂਗਾ। ਮੈਂ ਅੱਜ ਸਿਪਾਹੀ ਹਾਂ, ਪਰ ਮੈਂ ਬੱਚਿਆਂ ਨੂੰ ਜਿਹੜਾ ਕਿ ਸੂਬੇਦਾਰ ਲੈਵਲ 'ਤੇ ਲੈ ਕੇ ਜਾਊਂਗਾ। ਆਪਣਾ ਇੱਕ ਸੁਪਨਾ ਹੁੰਦਾ। ਕਦੀ ਇੱਦਾਂ ਦੀਆਂ ਵਿਚਾਰਾਂ ਹੁੰਦੀਆਂ ਸੀ? ਇਹ ਇਸ ਤਰ੍ਹਾਂ ਕਿ ਵੇਖੋ 1.5 ਸਾਲ ਸਾਡੀ ਮੈਰਿਜ ਨੂੰ ਹੋਇਆ ਸੀ, 3 ਵਾਰੀ ਸਾਰੇ ਛੁੱਟੀ ਆਏ ਸੀਗੇ। ਜਾਂ ਤਾਂ ਕੋਈ ਨਹੀਂ, ਮਤਲਬ ਕਿ ਆਪਣਾ ਉਹਨਾਂ ਦਾ ਹੈਗਾ ਸੀਗਾ ਕਿ ਮੈਂ ਮਤਲਬ ਕਿ ਅੱਗੇ ਤਰੱਕੀ ਕਰੂੰਗਾ। ਹੁਣ ਮੈਨੂੰ ਕਹਿ ਰਹੇ ਸੀ ਕਿ ਪੀਟੀ ਕੋਰਸ ਮੈਂ ਕਰਕੇ ਆ ਗਿਆ, ਹੁਣ ਮੈਨੂੰ ਮੇਰੀ ਪ੍ਰਮੋਸ਼ਨ ਹੋ ਜਾਣੀ ਆ, ਇਸ ਤਰ੍ਹਾਂ ਦਾ ਸੀਗਾ। ਅਤੇ ਹੋਰ ਤੁਹਾਡੇ ਘਰ 'ਚੋਂ ਕੌਣ ਹੈਗਾ ਜੀ ਜਿਹੜਾ ਇਹ ਆਰਮੀ ਦੇ ਰਿਲੇਟਡ ਹੈ, ਜਿਹੜਾ ਜਿਹਨੂੰ ਕੋਈ ਹੋਰ ਉਹਨਾਂ ਦਾ ਸੁਪਨਾ ਹੋਵੇ ਵੀ ਮੈਂ ਆਪਣੇ ਭਰਾ ਨੂੰ ਚਾਹੇ ਕਿਸੇ ਹੋਰ ਨੂੰ ਵੀ ਗਾਂ ਭਰਤੀ ਕਰਾਵਾਂਗਾ? ਹਾਂਜੀ, ਆਪਣੇ ਉਹਨੂੰ ਛੋਟੇ ਭਰਾ ਨੂੰ ਕਰਵਾਉਣਾ ਸੀਗਾ ਉਹਨਾਂ ਭਰਤੀ। ਉਹਨਾਂ 5 ਅਗਸਤ ਨੂੰ ਛੁੱਟੀ ਆ ਜਾਣਾ ਸੀ, 2 ਤਰੀਕ ਨੂੰ ਸ਼ਹੀਦ ਹੋ ਜਾਂਦੇ ਹਨ, 5 ਅਗਸਤ ਨੂੰ ਉਹਨਾਂ ਛੁੱਟੀ ਆਉਣਾ ਸੀ। ਇਹਨਾਂ ਨੂੰ ਕਿਹਾ ਸੀਗਾ ਕਿ ਆਪਣੇ ਫਾਦਰ ਸਾਹਿਬ ਨੂੰ ਉਹਨਾਂ ਕਿਹਾ ਕਿ ਤੁਸੀਂ ਨਾ ਸਾਰੇ ਡਾਕੂਮੈਂਟ ਤਿਆਰ ਕਰਕੇ ਰੱਖਿਓ, ਭਰਤੀ ਆ ਰਹੀ ਹੈ ਅਤੇ ਮੈਂ ਆ ਕੇ ਦਿਖਾਊਂਗਾ ਭਰਤੀ। ਮਤਲਬ ਜਿਸ ਵੇਲੇ ਸ਼ਹੀਦੀ ਦੀ ਖਬਰ ਆਉਂਦੀ ਹੈ ਨਾ, ਉਸ ਵੇਲੇ ਸਾਡੇ ਫਾਦਰ ਇਨ ਲਾ ਅਤੇ ਜਿਹੜੇ ਇਹਨਾਂ ਦੇ ਬ੍ਰਦਰ ਇਨ ਲਾ ਸੀ ਮੇਰੇ, ਉਹ ਆਪਣੇ ਡਾਕੂਮੈਂਟ ਤਿਆਰ ਕਰਾਉਣ ਲਈ ਤਹਿਸੀਲ ਦਫ਼ਤਰ ਆਏ ਸੀਗੇ। ਅਤੇ ਉਸ ਵੇਲੇ ਡਾਕੂਮੈਂਟ ਹੀ ਤਿਆਰ ਕਰਵਾ ਰਹੇ ਸੀ। ਜਦੋਂ ਫਿਰ ਉਹਨਾਂ ਨੂੰ ਪਤਾ ਲੱਗਦਾ, ਬੱਚੇ ਸਾਰਾ ਕੁਝ ਛੱਡ ਦਿੱਤਾ। ਫਿਰ ਬਾਅਦ ਵਿੱਚ ਨਹੀਂ, ਭਰਤੀ ਨਹੀਂ ਵੇਖੀ ਸਾਡੇ ਪਰਿਵਾਰ 'ਚੋਂ ਕਿਸੇ ਨੇ ਵੀ। ਫਿਰ ਨਹੀਂ, ਭਰਤੀ ਹੋਏ ਨਹੀਂ ਕਿ ਵੇਖੀ ਨਹੀਂ? ਫਿਰ ਨਹੀਂ ਵੇਖੀ ਇਹਨਾਂ ਨੇ। ਕੀ ਗੱਲ, ਜਜ਼ਬਾ ਟੁੱਟ ਗਿਆ ਕਿ ਮਨ ਟੁੱਟ ਗਿਆ? ਮੇਰੇ ਮਦਰ ਇਨ ਲਾ ਮਤਲਬ ਕਿ ਕਾਫੀ ਉਹ ਸਦਮੇ ਵਿੱਚ ਸੀ ਉਹਨਾਂ ਦਾ। ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਜਿਸ ਤਰ੍ਹਾਂ ਤੁਸੀਂ ਕਹੋਗੇ, ਮਤਲਬ ਕਿ ਉਹਨਾਂ ਨੂੰ ਵੀ ਸਦਮੇ 'ਚੋਂ ਬਾਹਰ ਕੱਢਣ ਲਈ ਸਾਨੂੰ ਬੜਾ ਕਰਨਾ ਪਿਆ। ਅਤੇ ਫਿਰ ਨਹੀਂ ਵੇਖੀ ਭਰਤੀ ਇਹਨਾਂ ਨੇ। ਤੁਹਾਨੂੰ ਕੀ ਲੱਗਦਾ ਕਿੱਦਾਂ ਦੀ ਜਿਹੜੀ ਲਾਈਫ ਆ ਉਹ ਫੌਜਣਾਂ ਦੀ ਅਤੇ ਫੌਜੀਆਂ ਦੀ ਕਿੱਦਾਂ ਦੀ ਲਾਈਫ ਹੈ, ਜਿਹੜੀ ਇੱਕ ਹਰ ਇੱਕ ਬੰਦਾ ਆਪਣੇ ਫੈਮਿਲੀ 'ਚ ਰਹਿੰਦਾ ਹੈ, ਆਪਣੇ ਬੱਚਿਆਂ 'ਚ ਰਹਿੰਦਾ ਹੈ, ਪਰ ਇੱਕ ਜਿਹੜੇ ਫੌਜੀ ਨੇ ਉਹ ਬਾਰਡਰ 'ਤੇ ਸਾਡੀ ਖਾਤਰ ਜਾ ਕੇ, ਅਸੀਂ ਘਰ ਸੌਂਦੇ ਹਾਂ ਆਰਾਮ ਨਾਲ, ਪਰ ਉਹ ਬਾਰਡਰ 'ਤੇ ਜਾ ਕੇ ਬੈਠੇ ਨੇ, ਉਹ ਬਾਰਡਰ 'ਤੇ ਜਾ ਕੇ ਲੜ ਰਹੇ ਨੇ, ਭਾਵੇਂ ਚਾਈਨਾ ਦਾ ਬਾਰਡਰ ਹੋਵੇ ਅਤੇ ਭਾਵੇਂ ਪਾਕਿਸਤਾਨ ਦਾ ਬਾਰਡਰ ਹੋਵੇ ਅਤੇ ਭਾਵੇਂ ਕਾਰਗਿਲ ਦਾ ਹੋਵੇ। ਤੁਸੀਂ ਕਿੱਦਾਂ ਦਾ ਮਹਿਸੂਸ ਕਰਦੇ? ਇਹ ਚੀਜ਼ ਕਿੱਦਾਂ ਦੀ ਹੋਣੀ ਚਾਹੀਦੀ ਕਿ ਜਿਹੜੀਆਂ ਲੇਡੀਜ਼ ਨੇ ਉਹ ਵੇਖੋ ਹਰ ਪੱਖੋਂ ਜਿਹੜੀਆਂ ਫੌਜਣਾਂ ਨੇ ਉਹ ਕਿੱਦਾਂ ਦਾ ਜੀਵਨ ਬਤੀਤ ਕਰਦੀਆਂ? ਜੀ ਵੇਖੋ, ਜੇ ਸਰਕਾਰਾਂ ਇਹਦਾ ਹੱਲ ਕੱਢ ਲੈਣ ਅਤੇ ਫਿਰ ਤਾਂ ਮਤਲਬ ਕਿ ਲਾਈਫ ਵਧੀਆ ਆ। ਅਤੇ ਜੇ ਸਰਕਾਰ ਹੀ ਨਹੀਂ ਕੋਈ ਹੱਲ ਕੱਢਦੀ, ਕਿੰਨੇ ਸੈਂਕੜੇ ਫੌਜੀ ਸਾਹਿਬ ਭਰਾ ਸਾਡੇ ਸ਼ਹੀਦ ਹੋ ਗਏ ਨੇ ਨਾ। ਜੇ ਸਰਕਾਰ ਕੋਈ ਹੱਲ ਨਹੀਂ ਕੱਢਦੀ ਅਤੇ ਫਿਰ ਤਾਂ ਇਸ ਹਿਸਾਬ ਨਾਲ ਜੇ ਦੇਖਿਆ ਜਾਵੇ ਨਾ, ਅਤੇ ਮਤਲਬ ਕਿ ਫਿਰ ਤਾਂ ਕੋਈ ਹਾਲ ਨਹੀਂ ਹੈਗਾ ਜੀ। ਫਿਰ ਤਾਂ ਕੋਈ ਜ਼ਿੰਦਗੀ ਨਹੀਂ ਕਿਸੇ ਦੀ ਵੀ। ਵੇਖੋ ਜਦੋਂ ਸ਼ਹੀਦ ਹੋ ਜਾਂਦੇ ਆ, ਪਿੱਛੇ ਪਰਿਵਾਰ ਜਿਹੜਾ ਵਾ ਉਹ ਇੱਕ ਕਿਸਮ ਦਾ, ਅਸੀਂ ਕਿਸੇ ਕੰਮ ਦੇ ਨਹੀਂ ਰਹੇ ਹੈਗੇ ਨਾ। ਜੋ ਲਾਈਫ ਸੀਗੀ ਉਸ ਸਮੇਂ, ਮੈਂ ਪਹਿਲਾਂ ਆਪਣੇ ਪੜ੍ਹਨ ਤੋਂ ਬਾਅਦ ਮੈਂ ਸੋਚਿਆ ਸੀ ਕਿ ਮੈਂ ਕਿਤੇ ਨਾ ਕਿਤੇ ਅਪਲਾਈ ਕਰਾਂਗੀ, ਪਰ ਜਿਸ ਵੇਲੇ ਮੇਰੀ ਮੈਰਿਜ ਹੋ ਜਾਂਦੀ ਨਾ ਇੱਕ ਫੌਜੀ ਨਾਲ ਹੋ ਗਈ, ਮੈਂ ਫਿਰ ਆਪਣਾ ਮਤਲਬ ਕਿ ਸੋਚ ਦਿੱਤਾ ਸੀ ਕਿ ਮੈਂ ਨਹੀਂ ਸਰਵਿਸ ਕਰਨੀ, ਕਿਉਂਕਿ ਉਹ ਕਮਾ ਰਹੇ ਸੀਗੇ ਹੈ ਨਾ। ਹੁਣ ਮੈਨੂੰ ਕਮਾ ਕੇ ਖਾਣਾ ਪੈ ਰਿਹਾ ਨਾ, ਇਸ ਕਰਕੇ ਬਾਅਦ ਵਿੱਚ ਕੋਈ ਲਾਈਫ ਨਹੀਂ ਰਹਿੰਦੀ ਹੈਗੀ ਜੀ। ਇਹ ਹੁਣ ਤੁਹਾਨੂੰ ਜਿਹੜੀ ਤੁਸੀਂ ਹੁਣ ਇਸ ਵੇਲੇ ਜੋਬ ਕਰ ਰਹੇ ਹੋ, ਤੁਸੀਂ ਗਵਰਨਮੈਂਟ ਅਪਲਾਈ ਹੋ ਕਿ ਪ੍ਰਾਈਵੇਟ ਜੋਬ ਕਰ ਰਹੇ ਹੋ? ਹਾਂਜੀ, ਗਵਰਨਮੈਂਟ ਅਪਲਾਈਜ਼ ਆ। ਹਾਂਜੀ। ਕਿਹੜੇ ਡਿਪਾਰਟਮੈਂਟ 'ਚ ਜੋਬ ਕਰ ਰਹੇ ਹੋ? ਮੈਂ ਰੈਵਨਿਊ ਡਿਪਾਰਟਮੈਂਟ 'ਚ ਐਸਟੀਮ ਆਫਿਸ ਅਜਨਾਲਾ ਸੁਪਰਡੈਂਟ ਆ। ਅੱਛਾ ਜੀ। ਹਾਂਜੀ। ਅਤੇ ਇਹ ਤੁਹਾਨੂੰ ਫਿਰ ਜਿਹੜੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ 'ਚ ਜੋਬ ਮਿਲੀ ਆ ਜੀ, ਉਹਦੇ ਡਿਪੈਂਡ 'ਚ? ਹਾਂਜੀ, ਉਸ ਕੇਸ ਵਿੱਚ ਮਿਲੀ ਸਾਨੂੰ। ਹਾਂਜੀ। ਮਤਲਬ ਸਰਕਾਰ ਵੱਲੋਂ ਇਹ ਵੀ ਇੱਕ ਵਧੀਆ ਕਦਮ ਚੁੱਕਿਆ ਗਿਆ ਜਿਹੜਾ ਤੁਹਾਨੂੰ ਜੋਬ ਦੇ ਦਿੱਤੀ ਗਈ ਅਤੇ ਤੁਹਾਡਾ ਗਾ ਪਾਲਣ ਪੋਸ਼ਣ ਦਾ ਜਿਹੜਾ ਪਲਾਨ ਕਰ ਦਿੱਤਾ ਗਿਆ? ਹਾਂਜੀ, ਇਹ ਤਾਂ ਚਲੋ ਸਰਕਾਰ ਨੇ ਵਧੀਆ ਕੀਤਾ ਕਿ ਆਪਣੀ ਜ਼ਿੰਦਗੀ ਜਿਹੜੀ ਅੱਗੇ ਆਪਾਂ ਭਾਵੇਂ ਕਮਾ ਕੇ ਖਾਵਾਂਗੇ, ਸਰਵਿਸ ਵਿੱਚ ਵੀ ਔਖਾ ਸੌਖਾ ਸਮਾਂ ਜਦੋਂ ਆਉਂਦਾ ਨਾ, ਉਸ ਟਾਈਮ ਯਾਦ ਆਉਂਦਾ ਵਾ ਕਿ ਹਰ ਲੇਡੀਜ਼ ਦਾ ਸੁਪਨਾ ਹੁੰਦਾ ਕਿ ਉਹਦਾ ਆਦਮੀ ਕਮਾਵੇ ਅਤੇ ਉਹ ਬਹਿ ਕੇ ਖਾਵੇ ਨਾ। ਜਦੋਂ ਫਿਰ ਆਪਾਂ ਨੂੰ ਕਈ ਮੁਸ਼ਕਿਲਾਂ ਆਉਂਦੀਆਂ ਨਾ, ਉਸ ਟਾਈਮ ਬਹੁਤ ਮਨ ਨੂੰ ਠੇਸ ਪਹੁੰਚਦੀ ਆ। ਕੀ ਮੁਸ਼ਕਿਲਾਂ ਆਉਂਦੀਆਂ ਨੇ ਇੱਕ ਫੌਜੀ ਦੀ ਵਾਈਫ ਨੂੰ? ਕੀ ਮੁਸ਼ਕਿਲਾਂ ਆਉਂਦੀਆਂ ਨੇ ਜਿਹੜੀਆਂ ਫੌਜੀ ਦੇ ਜਾਣ ਤੋਂ ਬਾਅਦ 'ਚ?
ਤੁਹਾਨੂੰ ਮੈਂ ਦੱਸਿਆ ਕਿ ਜਿਸ ਤਰ੍ਹਾਂ ਮਤਲਬ ਕਿ ਬੰਦਾ ਕਮਾ ਰਿਹਾ ਵਾ, ਲੇਡੀਜ਼ ਵਿਹਲੀ ਬਹਿ ਕੇ ਖਾਂਦੀ ਆ ਨਾ, ਮਤਲਬ ਕਿ ਉਹਨੂੰ ਘਰ ਨਾਲ ਹੀ ਹੁੰਦਾ ਵਾ, ਬਾਹਰ ਦਾ ਤਾਂ ਨਹੀਂ ਨਾ ਕੋਈ ਟੈਨਸ਼ਨ ਹੁੰਦੀ ਹੈਗੀ। ਫਿਰ ਸਾਨੂੰ ਜੋਬ ਦੀ ਵੀ ਆ, ਸਾਨੂੰ ਘਰ ਦੀ ਵੀ ਆਉਂਦੀ ਆ ਟੈਨਸ਼ਨ। ਕਿਸੇ ਵੇਲੇ ਇਲੈਕਸ਼ਨਾਂ ਦੇ ਦਿਨਾਂ ਵਿੱਚ ਸਾਨੂੰ ਕਿੰਨੀ ਦੇਰ ਤੱਕ ਕੰਮ ਕਰਨਾ ਪੈਂਦਾ ਵਾ। ਜਿਸ ਤਰ੍ਹਾਂ ਹੁਣ ਮਹਾਂਮਾਰੀ ਚੱਲ ਰਹੀ ਆ, ਮਤਲਬ ਕਿ ਅਸੀਂ ਫਿਰ ਵੀ ਜਾ ਰਹੇ ਹਾਂ, ਅਸੀਂ ਆਪਣੇ ਪਰਿਵਾਰ 'ਚ ਵਾਪਸ ਵੀ ਆਉਣਾ ਵਾ, ਅਸੀਂ ਬਾਹਰ ਵੀ ਜਾ ਰਹੇ, ਇਹ ਸਭ ਮੁਸ਼ਕਲਾਂ ਹੀ ਨੇ ਜੀ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਜਿਹੜੀਆਂ ਜਿੱਦਾਂ ਹੁਣ ਵਿਜੇ ਦਿਵਸ ਆ ਰਿਹਾ ਕੱਲ੍ਹ ਨੂੰ, ਤੇ ਉਸ ਚੀਜ਼ ਦੇ ਚੱਲਦਿਆਂ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਆਪਣੀਆਂ ਹੋਰ ਫੌਜਨ ਭੈਣਾਂ ਨੂੰ ਅਤੇ ਫੌਜੀ ਭਰਾਵਾਂ ਨੂੰ? ਇਸ ਤਰ੍ਹਾਂ ਮੈਂ ਕਹਿੰਦੀ ਹਾਂ ਕਿ ਜਿਸ ਤਰ੍ਹਾਂ ਹੁਣ ਸਾਡੀ ਇੱਧਰ ਨਸ਼ਿਆਂ ਦਾ ਕਾਫੀ ਦੌਰ ਚੱਲ ਰਿਹਾ, ਨੌਜਵਾਨ ਪੀੜ੍ਹੀ ਤਕਰੀਬਨ ਖਤਮ ਹੋ ਰਹੀ ਆ। ਜੇ ਮੌਤ ਤੇ ਨਿਸ਼ਚਿਤ ਹੈ, ਸਮਾਂ ਕਿਤੇ ਵੀ ਆ ਸਕਦੀ ਆ, ਤੇ ਪਰ ਜੇ ਆਰਮੀ ਦੇ ਵਿੱਚ ਵੀ ਆਉਂਦੀ ਹੈ ਮੌਤ ਤੇ ਉਹ ਅਮਰ ਆ ਨਾ। ਸ਼ਹੀਦੀ ਦਾ ਜਾਮ ਪੀਣਾ ਵੀ ਬੜੀ ਵੱਡੀ ਗੱਲ ਆ, ਉਹ ਅਮਰ ਹੋ ਜਾਂਦੇ ਆ ਸਦਾ ਲਈ। ਹੁਣ ਉਹਨਾਂ ਦੀ ਜਿਹੜਾ ਹਰ ਸਾਲ ਜਿਹੜੀ ਵਿਜੇ ਦਿਵਸ ਮਨਾਇਆ ਜਾਂਦਾ, ਫਿਰ ਤੁਹਾਡੇ ਲੋਕ ਕਿੱਦਾਂ ਕਰਕੇ ਤੁਸੀਂ ਇਹਨੂੰ ਵਿਜੇ ਦਿਵਸ ਨੂੰ ਮਨਾਉਂਦੇ ਹੋ, ਕੀ ਪਲਾਨ ਕਰਦੇ ਹੋ? ਇਸ ਤਰ੍ਹਾਂ ਕਿ ਅੱਗੇ ਤਾਂ ਨਾ ਹੀ ਬਰਸੀ ਅਖੰਡ ਪਾਠ ਕਰਵਾਉਂਦੇ ਹੁੰਦੇ ਸੀਗੇ, ਘਰੇ ਬਰਸੀ ਮਨਾਉਂਦੇ ਸੀਗੇ। ਹੁਣ ਅਸੀਂ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਜਾ ਕੇ ਉੱਥੇ ਜਾ ਕੇ ਹੀ ਬਰਸੀ ਮਨਾਉਂਦੇ ਹਾਂ। ਅਸੀਂ ਉਹਨਾਂ ਨਾਲ ਸੰਪਰਕ ਕੀਤਾ ਸੀਗਾ, ਉਹ ਕਹਿੰਦੇ ਕਿ ਠੀਕ ਆ, ਤੁਸੀਂ ਸਾਡੇ ਕੋਲੇ ਆਓ, ਆਪਾਂ ਰਲ ਕੇ ਬਣਾਵਾਂਗੇ। ਫਿਰ ਅਸੀਂ ਵਿਦ ਫੈਮਿਲੀ ਸਾਰੀ, ਮਦਰ ਇਨ ਲਾ, ਫਾਦਰ ਇਨ ਲਾ, ਬ੍ਰਦਰ ਸਾਰੇ ਆਪਾਂ ਉੱਥੇ ਚਲੇ ਜਾਂਦੇ ਹਾਂ। 2 ਅਗਸਤ ਨੂੰ ਬਰਸੀ ਮਨਾਉਂਦੇ ਹਾਂ ਅਸੀਂ ਉੱਥੇ ਜਾ ਕੇ। ਹਾਂਜੀ, ਤੁਸੀਂ ਵੇਖ ਰਹੇ ਹੋ ਕਿ ਤੁਹਾਨੂੰ ਅਸੀਂ ਗੱਲ ਕਰਾ ਰਹੇ ਸੀਗੇ ਸਰਦਾਰ ਬਲਵਿੰਦਰ ਸਿੰਘ ਜੀ ਦੀ ਵਾਈਫ ਨਾਲ, ਜਿਹੜੇ ਕਿ ਸ਼ਹੀਦੀ ਦਾ ਜਾਮ ਪੀ ਗਏ ਕਾਰਗਿਲ ਦੇ ਵਿੱਚ। ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਜਿੱਥੇ ਸਾਡੀਆਂ ਬਟਾਲੀਅਨ, ਆਰਮੀ, BSF ਉਹ ਸਾਡੀ ਖਾਤਰ ਜਾ ਕੇ ਬਾਰਡਰ ਤੇ ਬੈਠੇ ਹੋਏ ਨੇ, ਲੜਦੇ ਪਏ ਨੇ ਦੇਸ਼ ਦੇ ਖਾਤਰ, ਪਰ ਅਸੀਂ ਆਪਣੀ ਸੌਖੀ ਨੀਂਦ ਸੌਂਦੇ ਹਾਂ ਕਿਉਂਕਿ ਸਾਡੇ ਫੌਜੀ ਭਰਾ ਜਿਹੜੇ ਨੇ ਉਹ ਸਾਡੀ ਰਾਖੀ ਕਰ ਰਹੇ ਨੇ। ਸਾਨੂੰ ਇੱਦਾਂ ਚਾਹੀਦਾ ਕਿ ਆਪਾਂ ਉਹਨਾਂ ਦੀ ਇੱਥੇ ਰਹਿ ਕੇ ਉਹਨਾਂ ਦੀ ਮਦਦ ਕਰੀਏ, ਕਿਉਂਕਿ ਮੇਰਾ ਵੀ ਸਲੂਟ ਹੈ ਉਹਨਾਂ ਭਰਾਵਾਂ ਨੂੰ, ਕਿਉਂਕਿ ਉਹ ਬੜੀ ਵੱਡੀ ਗੱਲ ਆ ਕਿ ਇੱਕ ਸ਼ਹੀਦ ਹੋ ਜਾਣਾ ਕਿਸੇ ਦੀ ਖਾਤਰ, ਕਿਉਂਕਿ ਦੇਸ਼ ਜਿਹੜਾ ਵਾ ਸਾਡਾ ਵਾ, ਪਰ ਜਨਤਾ ਦੀ ਖਾਤਰ, ਆਮ ਜਨਤਾ ਦੀ ਖਾਤਰ ਸ਼ਹੀਦੀ ਪਾ ਲੈਣੀ ਬੜੀ ਵੱਡੀ ਗੱਲ ਆ। ਸਾਨੂੰ ਚਾਹੀਦਾ ਕਿ ਇਹਨਾਂ ਨੂੰ ਸਦਾ ਸਲਾਮ ਕਰੀਏ, ਕਿਉਂਕਿ ਫੌਜੀ ਸਾਡੇ ਸਲਾਮ ਦੇ ਹੱਕ ਨੇ, ਕਿਉਂਕਿ ਉਹਨਾਂ ਦਾ ਇੱਕ ਜਿਹੜਾ ਹਸੂਲਨ ਤੌਰ ਤੇ ਜਿਹੜਾ ਹੱਕ ਬਣਦਾ ਆ, ਕਿਉਂਕਿ ਸਾਨੂੰ ਚਾਹੀਦਾ ਕਿ ਸਦਾ ਹੀ ਉਹਨਾਂ ਨੂੰ ਯਾਦ ਰੱਖੀਏ, ਅਤੇ ਜਿਨ੍ਹਾਂ ਦੀ ਇਹ ਜਿਹੜੀਆਂ ਸ਼ਹਾਦਤਾਂ ਹੁੰਦੀਆਂ ਨੇ ਉਹਦਾ ਵੀ ਸ਼ਾਮਲ ਹੋ ਕੇ ਉਹਨਾਂ ਨੂੰ ਸਦਾ ਪ੍ਰਣਾਮ ਕਰੀਏ, ਕਿਉਂਕਿ ਉਹ ਸਦਾ ਵੀ ਇਸ ਚੀਜ਼ ਨੂੰ, ਜਿਹੜੇ ਉਹਨਾਂ ਦੇ ਘਰ ਦੇ ਆ, ਉਹ ਅਹਿਸਾਸ ਕਰਨ ਕਿ ਸਾਡੇ ਨਾਲ ਸਾਰਾ ਹਿੰਦੁਸਤਾਨ, ਸਾਡੇ ਨਾਲ ਸਾਰਾ ਜਿਹੜਾ ਸੰਸਾਰ ਆ, ਉਹ ਸਾਡੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਜੁੜਿਆ ਆ। ਤੁਸੀਂ ਇੱਦਾਂ ਹੀ ਜੁੜੇ ਰਹੋ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਪ੍ਰਾਈਮ ਉਹਦੇ ਤੋਂ ਜਗਜੀਤ ਸਿੰਘ ਦੀ ਰਿਪੋਰਟ।